कबीर गर्भ ना कीजिए ऊंचा देख आवास। आज काल पोए लेटना ऊपर जामै घास। बारों होमै कह कहाए अंदरों मुक्त लेप कदे ना लाए। सतगुर भेंटे ताए को पाए बिचों दूजा ठाक रहाए। श्लोक सतपुरख जिन जानिया सतगुर तिसका नाओ। तिसकै संग सिख उदरै नानक हर गुण गाओ। अष्टपदी। सतगुर सिख की करै प्रतिपाल सेवक को गुर सदा दयाल। सिख की गुर दुर्मत मल हिरै गुर बचनी हर नाम उचरै। सतगुर सिख के बंधन काटै गुर का सिख विकार ते हटै। सतगुर सिख को नाम धन दे गुर का सिख वड भागी है। सतगुर सिख का हलत पलत सवारै नानक सतगुर सिख को जी नाल समारै। गुर कै ग्रह सेवक जो रहै गुर की आज्ञा मन में सहै। आपस कौ कर कछ न जनावै हर हर नाम हृदय सद ध्यावै। मन बेचै सतगुर कै पास तिस सेवक के कारज रास। सेवा करत होए नेह कामी तिसको होत प्राप्त स्वामी। अपनी कृपा जिस आप करे नानक सो सेवक गुर की मत ले। बीस विसवे गुर का मन मानै सो सेवक परमेश्वर की गत जानै। सो सतगुर जिस हृदय हर नाओ अनेक बार गुर को बल जाओ। सर्व निधान जी का दाता आठ पहर पार ब्रह्म रंग राता। ब्रह्म में जन जन में पार ब्रह्म एकै आप नहीं कछ भरम। सहस सियाणप लया न जाइयै नानक ऐसा गुरबट भागी पाइयै। सफल दर्शन पेखत पुनीत परसत चरण गत निर्मल रीत। भेंटत संग राम गुण रवे पार ब्रह्म की दरगाह गवे। सुनकर बचन करन आगाने मन संतोख आत्म पतियाने। पूरा गुर अख्यो जां का मंत्र अमृत दृष्ट पेखै होए संत। गुण बेअंत कीमत नहीं पाए नानक जिस पावै तिस लय मिलाए। गुण बेअंत कीमत नहीं पाए नानक जिस पावै तिस लय मिलाए। ਧੰਨ ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਇਸ ਸ਼ਾਹਕਾਰ ਸੁਖਮਨੀ ਸਾਹਿਬ ਵਿੱਚੋਂ ਵਿਚਾਰ ਆਪ ਜੀ ਦੇ ਨਾਲ ਰੋਜ਼ ਸਾਂਝੀ ਕਰੀ ਜਾਂਦੀ ਹੈ। ਅਗਲੀ ਵਿਚਾਰ ਆਪਣੀ ਤੁੱਛ ਬੁੱਧੀ ਅਨੁਸਾਰ ਹਾਜ਼ਰ ਹੈ। ਸਾਧ ਸੰਗਤ ਜੀਓ, ਪਹਿਲਾਂ ਗੁਰੂ ਜੀ ਦੁਆਰਾ ਬਖਸ਼ੀ ਹੋਈ ਫਤਿਹ ਦਾ ਜਵਾਬ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਫਰਮਾਉਨੇ, ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਜਿਹਨੇ ਸਤਪੁਰਖ ਪਰਮਾਤਮਾ ਨੂੰ ਜਾਣ ਲਿਆ, ਸਤਿਗੁਰੂ ਉਹਦਾ ਨਾਮ ਹੈ। ਦੇਖੋ, ਸਤਿਗੁਰੂ ਦੀ ਮਹਿਮਾ ਬਹੁਤ ਜ਼ਿਆਦਾ ਹੈ ਗੁਰਮਤਿ ਵਿੱਚ। ਬਿਨ ਸਤਿਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬੰਤ ਬਣਾਈ। ਤੋ ਸਤਿਪੁਰਖ ਹੁੰਦਾ ਹੀ ਉਹੀ ਹੈ, ਪਰਮਾਤਮਾ ਸਤਿਪੁਰਖ। ਪਰ ਜਿਹੜਾ ਉਹਨੂੰ ਜਾਣ ਲੈਂਦਾ ਉਹ ਵੀ ਸਤਿਪੁਰਖ ਬਣ ਜਾਂਦਾ, ਉਹਨੂੰ ਸਤਿਗੁਰ ਕਿਹਾ ਜਾਂਦਾ। ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਓ। ਉਹ ਸਤਿਗੁਰੂ ਦੇ ਨਾਲ ਜੁੜ ਕੇ ਜਿਹੜਾ ਸਿੱਖ ਹੈ
ਉਹਦਾ ਵੀ ਉਧਾਰ ਹੋ ਜਾਂਦਾ। ਫਿਰ ਉਹ ਹਰੀ ਦੇ ਗੁਣ ਗਾਉਣ ਲੱਗ ਪੈਂਦਾ ਹੈ। ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ। ਇਹ ਸ਼ਬਦ ਸਾਧ ਸੰਗਤ ਜੀ ਪਿਰਤਪਾਲ ਨਹੀਂ ਹੈ, ਪ੍ਰਤਿਪਾਲ। ਬਹੁਤੋਂ ਆਉਂਦਾ ਗੁਰਬਾਣੀ 'ਚ। ਸਤਿਗੁਰੂ ਸਿੱਖ ਦੀ ਪਾਲਣਾ ਕਰਦਾ ਹੈ, ਉਹਨੂੰ ਅੰਗ ਸੰਗ ਰਹਿੰਦਾ, ਉਹਦੇ ਹਰ ਵਕਤ ਉਹਨੂੰ ਪਲ ਪਲ ਸਵਾਰਦਾ ਰਹਿੰਦਾ ਹੈ, ਉਹਦੇ ਅੰਦਰ ਨਾਮ ਦਾ ਵਾਸਾ ਕਰਾਉਂਦਾ। ਸੇਵਕ ਕੋ ਗੁਰ ਸਦਾ ਦਿਆਲ। ਹਮੇਸ਼ਾ ਹੀ ਦਿਆਲੂਪਣਾ ਦਿਖਾਉਂਦਾ ਹੈ ਆਪਣੇ ਸਿੱਖ ਪ੍ਰਤੀ ਗੁਰੂ। ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਸਿੱਖ ਦੇ ਅੰਦਰ ਜਿਹੜੀ ਦੁਰਮਤ ਹੁੰਦੀ ਹੈ, ਮੈਲ ਹੁੰਦੀ ਹੈ, ਦੂਜੇ ਭਉ ਦੀ, ਹਉਮੈ ਦੀ, ਉਹ ਸਾਰੀ ਕੱਢ ਦਿੰਦਾ ਗੁਰੂ, ਦੂਰ ਕਰ ਦਿੰਦਾ। ਗੁਰ ਬਚਨੀ ਹਰ ਨਾਮ ਉਚਰੈ। ਫਿਰ ਸਿੱਖ ਗੁਰੂ ਦੇ ਬਚਨਾਂ ਦੇ ਰਾਹੀਂ ਨਾਮ ਦਾ ਉਚਾਰਨ ਕਰਦਾ। ਸਤਿਗੁਰ ਸਿੱਖ ਕੇ ਬੰਧਨ ਕਾਟੈ। ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਾਧ ਸੰਗਤ ਜੀਓ, ਇਸ ਜਿਹੜਾ ਇਹ ਮਹਾਂਵਾਕ ਹੈ, ਇਹਦੇ ਪ੍ਰਤੀ ਕਾਫੀ ਮਨਾਂ ਵਿੱਚ ਧੁੰਦ ਹੈ। ਦਾਸ ਦੇ ਨਾਲ ਵੀ ਇੱਕ ਵਾਰ ਵਿਚਾਰ ਹੋਈ ਸੀ ਕਿਸੇ ਪੁਰਸ਼ ਦੀ। ਉਹ ਕਹਿੰਦਾ ਜੀ ਵੀ ਸਤਿਗੁਰੂ ਤਾਂ ਬੰਧਨ ਕੱਟਦਾ ਹੈ, ਪਰ ਗੁਰੂ ਦਾ ਸਿੱਖ ਵਿਕਾਰਾਂ ਤੇ ਨਹੀਂ ਹਟਦਾ। ਇਸ ਗੱਲ ਨੂੰ ਇਸ ਤਰ੍ਹਾਂ ਕਹਿਣ ਦੇ ਨਾਲ ਸਤਿਗੁਰੂ ਦੀ ਵਡਿਆਈ ਘਟਦੀ ਹੈ। ਸਤਿਗੁਰੂ ਸਰਵੱਗ ਹੈ, ਸਮਰੱਥ ਹੈ। ਸਤਿਗੁਰੂ ਬੰਧਨ ਕੱਢਦਾ ਹੈ, ਜਦੋਂ ਬੰਧਨ ਕੱਢਦਾ ਹੈ ਉਦੋਂ ਸਿੱਖ ਵਿਕਾਰਾਂ ਤੇ ਹਟਦਾ ਹੈ, ਨਾ ਕਿ ਸਿੱਖ ਨੇ ਆਪਣੇ ਵੱਲੋਂ ਹਟਣਾ ਵਿਕਾਰਾਂ ਤੋਂ। ਜੇ ਆਪਣੇ ਵੱਲੋਂ ਵਿਕਾਰਾਂ ਤੋਂ ਹਟ ਗਿਆ ਫਿਰ ਰਹਿ ਗਿਆ ਬਾਕੀ, ਆਪਣੇ ਵੱਲੋਂ ਨਹੀਂ ਹੈ ਇਹ। ਸਤਿਗੁਰੂ ਜੇ ਸਾਡੇ ਤੇ ਕਿਰਪਾ ਕਰਦਾ ਹੈ ਫਿਰ ਸਾਡੇ ਬੰਧਨ ਕੱਢਦਾ ਹੈ, ਔਰ ਅਸੀਂ ਵਿਕਾਰਾਂ ਤੋਂ ਹਟ ਜਾਂਦੇ ਹਾਂ। ਸਤਿਗੁਰ ਸਿੱਖ ਕੋ ਨਾਮ ਧਨ ਦੇ। ਸਤਿਗੁਰੂ ਸਿੱਖ ਨੂੰ ਨਾਮ ਦਾ ਧਨ ਬਖਸ਼ਦਾ ਹੈ। ਬਾਕੀ ਧਨ ਤਾਂ ਪਰਮਾਤਮਾ ਸਭ ਨੂੰ ਦਿੰਦਾ, ਪਦਾਰਥ ਸਭ ਨੂੰ ਦੇ ਰਿਹਾ, ਜਿਹੜਾ ਨਹੀਂ ਵੀ ਉਹਨੂੰ ਯਾਦ ਕਰਦਾ ਉਹਨੂੰ ਵੀ ਦੇ ਰਿਹਾ। ਪਰ ਨਾਮ ਦਾ ਜਿਹੜਾ ਧਨ ਹੈ, ਇਹ ਤਾਂ ਉਹਦੀ ਆਪਣੀ ਇੱਕ ਵਿਸ਼ੇਸ਼ਤਾ ਹੈ ਵੀ ਜਿਹਦੀ ਪਾਤਰਤਾ ਦੇਖਦਾ ਹੈ ਉਸੇ ਨੂੰ ਦਿੰਦਾ, ਦੂਜਿਆਂ ਨੂੰ ਨਹੀਂ ਦਿੰਦਾ। ਦੇਖੋ ਸਾਧ ਸੰਗਤ ਜੀਓ, ਸਾਰਾ ਕੁਛ ਪਰਮਾਤਮਾ ਤੋਂ ਆਉਂਦਾ। ਆਉਣਾ ਨਾਮ ਵੀ ਪਰਮਾਤਮਾ ਤੋਂ ਹੈ, ਪਰ ਉਹ ਗੁਰੂ ਦੇ ਰਾਹੀਂ ਹੋ ਕੇ ਆਉਂਦਾ, ਕਿਸੇ ਸੰਤ ਵਿਸ਼ੇਸ਼ ਦੇ ਰਾਹੀਂ ਹੋ ਕੇ ਆਉਂਦਾ, ਸਿੱਧਾ ਨਹੀਂ ਆਉਂਦਾ ਕਦੇ ਵੀ। ਉਹਦਾ ਕਾਰਨ ਹੈ ਬਈ ਜਿੰਨਾ ਚਿਰ ਜਿਹੜੀ ਗਲਾਜ਼ਤ ਹੈ ਅੰਦਰ, ਮੈਲ ਹੈ ਮਨ ਦੀ, ਦੂਜੇ ਭਉ ਦੀ, ਹਉਮੈ ਦੀ, ਉਹ ਨਹੀਂ ਤੋੜਦਾ ਕਿਸੇ ਕਾਮਿਲ ਪੁਰਸ਼ ਦੇ ਨਾਲ ਜੋੜ ਕੇ, ਉਹਨਾਂ ਚਿਰ ਨਾਮ ਅੰਦਰ ਵਾਸਾ ਕਰ ਹੀ ਨਹੀਂ ਸਕਦਾ। ਭਰਮ ਅੰਦਰ ਰਹੇਗਾ, ਨਾਮ ਨਹੀਂ ਆਏਗਾ। ਨਾਮ ਦਾ ਉੱਪਰਲਾ ਪ੍ਰਚਲਨ ਕਰਦਾ ਰਹੇਗਾ, ਨਾਮ ਵੀ ਲਊਗਾ। ਹਰ ਹਰ ਵੀ ਬਹੁਤ ਕਰਦਾ ਮਨਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ। ਪਰ ਉਹਦੀ ਮੈਲ ਨਹੀਂ ਜਾਣੀ ਅੰਦਰੋਂ, ਨਾਮ ਨਹੀਂ ਟਿਕਣਾ ਅੰਦਰ। ਮੈਲ ਜਿੱਥੇ ਹੋਊਗੀ, ਭਰਮ ਜਿੱਥੇ ਹੋਊਗਾ, ਉੱਥੇ ਨਾਮ ਟਿਕ ਨਹੀਂ ਸਕਦਾ। ਗੁਰ ਕਾ ਸਿੱਖ ਵਡਭਾਗੀ ਹੈ। ਗੁਰੂ ਦਾ ਸਿੱਖ ਬਹੁਤ ਵੱਡਿਆਂ ਭਾਗਾਂ ਵਾਲਾ ਹੁੰਦਾ, ਜਿਹਨੂੰ ਉਹ ਨਾਮ ਬਖਸ਼ਦਾ। ਨਾਮ ਦਾ ਦਾਤਾ ਸਤਿਗੁਰੂ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਸਤਿਗੁਰੂ ਸਿੱਖ ਦਾ ਆਲੋਕ ਵੀ ਤੇ ਪਰਲੋਕ ਵੀ ਸਵਾਰ ਦਿੰਦਾ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਆਪਣੇ ਹਿਰਦੇ ਨਾਲ ਰੱਖ ਕੇ ਆਪਣੇ ਸਿੱਖ ਨੂੰ ਸਤਿਗੁਰੂ ਉਹਦੀ ਸੰਭਾਲ ਕਰਦਾ ਹੈ। ਭਾਈ ਜੋਗਾ ਜੀ ਨੂੰ ਬੇਸਵਾ ਦੇ ਦੁਆਰੇ ਤੋਂ ਵੀ ਬਚਾ ਕੇ ਲਿਆਉਂਦਾ ਹੈ। ਮਰਦਾਨਾ ਜੀ ਨੂੰ ਉਹ ਜਿਹੜੀ ਕਾਮ ਰੂਪੀ ਸੀਗੀ, ਕਰਾਮਾਤਾਂ ਕਰਨ ਵਾਲੀ ਭੇਡੂ ਬਣਾ ਲਿਆ ਸੀਗਾ ਮਰਦਾਨੇ ਨੂੰ, ਉੱਥੋਂ ਵੀ ਛੁਡਾ ਕੇ ਲਿਆਉਂਦਾ। ਗੁਰ ਕੈ ਗ੍ਰਹਿ ਸੇਵਕ ਜੋ ਰਹੈ। ਜਿਹੜਾ ਗੁਰੂ ਦੇ ਅਨੁਸਾਰੀ ਹੁੰਦਾ ਸੇਵਕ, ਗ੍ਰਹਿ ਦਾ ਮਤਲਬ ਹੈ ਘਰ, ਪਰ ਇੱਥੇ ਇਹਦਾ ਭਾਵ ਇਹ ਹੈ ਵੀ ਜਿਹੜਾ ਗੁਰੂ ਦੀ ਉਪਦੇਸ਼ ਦੇ ਅਨੁਸਾਰੀ ਹੁੰਦਾ ਹੈ। ਇਕੱਲੇ ਗੁਰੂ ਦੇ ਘਰ 'ਚ ਰਹਿਣ ਨਾਲ ਨਹੀਂ, ਪਿਰਥੀਆ ਵੀ ਤਾਂ ਗੁਰੂ ਦੇ ਘਰ 'ਚ ਹੀ ਵਾਸ ਕਰਦਾ ਸੀ। ਬਾਕੀ ਵੀ ਹੋਰ ਜਿਹੜੇ ਗੁਰੂ ਪੁੱਤਰ ਹੋਏ ਆ, ਜਿਨ੍ਹਾਂ ਨੇ ਨਹੀਂ ਸਮਝਿਆ ਆਪਣੇ ਪਿਤਾ ਗੁਰੂ ਨੂੰ, ਉਹ ਵੀ ਤਾਂ ਉਸੇ ਘਰ 'ਚ ਨਿਵਾਸ ਕਰਦੇ ਸੀ। ਇਹਦਾ ਭਾਵ ਇਹ ਹੈ ਵੀ ਗੁਰੂ ਦੇ ਅਨੁਸਾਰੀ ਹੋ ਜਾਵੇ ਉਹ, ਚਾਹੇ ਉਹ ਬਾਹਰ ਵੀ ਰਹਿੰਦਾ, ਉਹ ਗੁਰੂ ਦਾ ਗ੍ਰਹਿ ਮੰਨਿਆ ਜਾਂਦਾ। ਗੁਰ ਕੀ ਆਗਿਆ ਮਨ ਮੈਂ ਸਹਿ। ਫਿਰ ਉਹ ਗੁਰੂ ਦੀ ਆਗਿਆ ਨੂੰ ਮਨ ਦੇ ਵਿੱਚ ਮੰਨ ਲਵੇ, ਸਹਿ ਉਹਨੂੰ, ਉਹੀ ਉਹਦੇ ਗ੍ਰਹਿ ਵਿਖੇ ਨਿਵਾਸ ਕਰਦਾ ਮੰਨਿਆ ਜਾਂਦਾ ਹੈ। ਆਪਸ ਕਉ ਕਰ ਕਛ ਨਾ ਜਨਾਵੈ। ਆਪਣੇ ਆਪ ਨੂੰ ਨਾ ਕੁਛ ਵੀ ਸਮਝੇ ਵੀ ਮੈਂ ਕੁਛ ਕਰਦਾ ਹਾਂ। ਜਿੰਨਾ ਚਿਰ ਮੈਂ ਅੰਦਰ ਬੈਠੀ ਹੈ, ਸਤਿਗੁਰੂ ਦਾ ਮਿਲਾਪ ਭੇਂਟ ਹੋ ਨਹੀਂ ਸਕਦਾ।
ਸਤਿਗੁਰ ਭੇਂਟੇ ਤਾਂ ਇੱਕੋ ਪਾਏ, ਵਿੱਚੋਂ ਦੂਜਾ ਠਾਕ ਰਹਾਏ। ਇਹ ਜਿਹੜੀ ਡੁਐਲਿਟੀ ਹੈ ਇਹਨੇ ਤਾਂ ਨਿਕਲਣਾ ਜੇ ਸਤਿਗੁਰੂ ਨਾਲ ਭੇਂਟ ਕਰੂਗਾ ਬੰਦਾ। ਭੇਂਟ ਕਦੋਂ ਹੋਣੀ ਹੈ? ਜਦੋਂ ਸਤਿਗੁਰੂ ਸਾਡੀ ਹਉਮੈ ਤੋੜੂਗਾ, ਸਾਡੇ ਅੰਦਰੋਂ ਮੈਂ ਕੱਢੂਗਾ, ਤੂੰ ਬਣਾਊਗਾ। ਉਹ ਅਵਸਥਾ ਹੈ ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਫਿਰ ਉਹ ਹਰੀ ਦਾ ਨਾਮ ਹਿਰਦੇ ਵਿੱਚ ਸਦਾ ਹੀ ਧਿਆਊਗਾ ਜਿਹੜਾ ਸਿੱਖ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਆਪਣੇ ਮਨ ਨੂੰ ਸਤਿਗੁਰੂ ਦੇ ਪਾਸ ਵੇਚ ਦੇਵੇ। ਵੇਚੀ ਚੀਜ਼ ਜਿਹੜੀ ਜਾਂਦੀ ਹੈ ਸਾਧ ਸੰਗਤ ਜੀ, ਉਹਦਾ ਮਾਲਕ ਜਿਹਨੇ ਉਹ ਖਰੀਦੀ ਹੁੰਦੀ ਉਹ ਬਣ ਜਾਂਦਾ। ਉਹ ਜਿਵੇਂ ਮਰਜ਼ੀ ਉਹਨੂੰ ਵਰਤ ਸਕਦਾ। ਫਿਰ ਆਪਣੀ ਮੈਂ ਨਹੀਂ ਰਹਿ ਜਾਂਦੀ ਸਿੱਖ ਦੇ ਅੰਦਰ। ਜੋ ਗੁਰੂ ਕਹੂਗਾ ਉਹਨੂੰ ਭਲਾ ਕਰਕੇ ਮੰਨਦਾ। ਫਿਰ ਉਹ ਤਿਸ ਸੇਵਕ ਕੇ ਕਾਰਜ ਰਾਸ, ਫਿਰ ਉਸ ਸੇਵਕ ਦੇ ਕਾਰਜਾਂ ਨੂੰ ਵੀ ਰਾਸ ਕਰਦਾ ਹੈ। ਮਤਲਬ ਉਸ ਸਿੱਧੀ ਕਰਦਾ ਕਾਰਜਾਂ ਦੀ, ਉਹਦੇ ਕਾਰਜਾਂ ਨੂੰ ਸਵਾਰ ਦਿੰਦਾ ਹੈ। ਖਾਸ ਕਰਕੇ ਨਾਮ ਵਾਲਾ ਜਿਹੜਾ ਵੱਡਾ ਕਾਰਜ ਹੈ। ਬਾਕੀ ਕਾਰਜ ਤਾਂ ਸੰਸਾਰ ਵਿੱਚ ਹੁੰਦੇ ਹੀ ਰਹਿੰਦੇ। ਸਾਧ ਸੰਗਤ ਜੀਓ, ਜਿਹੜਾ ਦੁਨਿਆਵੀ ਗਿਆਨ ਹੈ, ਜਿਹੜਾ ਵਿਦਵਾਨਾਂ ਕੋਲ ਹੁੰਦਾ ਹੈ, ਭਾਵੇਂ ਉਹ ਹੈ ਰੱਬੀ ਗਿਆਨ, ਪਰ ਉਹ ਬਾਹਰ ਤੋਂ ਗਿਆਨ ਹੈ। ਉਹਦੇ ਵਿੱਚ ਕੁਛ ਹੋਰ ਬਾਤ ਹੈ ਜਿਹੜੀ ਬੁੱਝਣ ਵਾਲੀ ਉਹ ਨਹੀਂ ਹੁੰਦੀ ਹੈ, ਜਿਹੜੀ ਕਿ ਗੁਰਬਾਣੀ 'ਚ ਬਹੁਤ ਜ਼ੋਰ ਸ਼ੋਰ ਨਾਲ ਸਮਝਾਈ ਹੋਈ ਹੈ। ਬਈ ਤੁਸੀਂ ਬਾਹਰ ਦੀ ਗੱਲ ਨੂੰ ਉਹਦੇ 'ਚ ਅੰਦਰ ਕੁਛ ਹੈ ਉਹਨੂੰ ਪਕੜੋ। ਅੰਦਰਲਾ ਜਿਹੜਾ ਗਿਆਨ ਹੈ ਉਹ ਜਿਵੇਂ ਕਿਸੇ ਮਾਂ ਦੇ ਬੱਚਾ ਜੰਮਦਾ, ਉਹਦਾ ਅਨੁਭਵ ਜਿਹੜਾ ਹੁੰਦਾ ਉਸ ਤਰ੍ਹਾਂ ਹੁੰਦਾ। ਬਾਹਰੀ ਗਿਆਨ ਹੁੰਦਾ ਜੇ ਕਿਸੇ ਨੇ ਬੱਚਾ ਗੋਦ ਲੈ ਲਿਆ, ਉਹਨੂੰ ਅਨੁਭਵ ਤਾਂ ਕੋਈ ਹੁੰਦਾ ਨਹੀਂ, ਪਰ ਗੋਦ ਲਿਆ ਹੋਇਆ ਗਿਆਨ ਹੁੰਦਾ ਜਿਹੜਾ ਸੰਸਾਰੀ ਲੋਕਾਂ ਕੋਲ ਜਾਂ ਵਿਦਵਾਨ ਲੋਕਾਂ ਕੋਲ, ਪੜ੍ਹਿਆਂ ਲਿਖਿਆਂ ਕੋਲ ਹੁੰਦਾ। ਅਨੁਭਵੀ ਗਿਆਨ ਤਾਂ ਉਸੇ ਕੋਲ ਹੋਊਗਾ ਜਿਹਨੇ ਅੰਦਰ ਤੋਂ ਕਮਾ ਲਿਆ, ਜਿਹਨੂੰ ਨਾਮ ਮਿਲ ਗਿਆ ਅੰਦਰ, ਜਿਹਦੀ ਮੈਂ ਤੋੜ ਦਿੱਤੀ ਗੁਰੂ ਨੇ। ਸਾਧ ਸੰਗਤ ਜੀ, ਇਹ ਵੀ ਗੱਲ ਗੁਰਬਾਣੀ 'ਚ ਵਿਦਤ ਹੈ ਬਾਰ ਬਾਰ, ਵੀ ਆਪਾਂ ਨੇ ਗੁਣ ਸਾਧਨਾ ਕਰਨੀ, ਰੂਪ ਸਾਧਨਾ ਨਹੀਂ ਕਰਨੀ। ਰੂਪ ਸਾਧਨਾ ਹਿੰਦੂ ਮੱਤ ਵਿੱਚ ਪ੍ਰਧਾਨ ਹੈ। ਦੇਵੀ ਦੇਵਤਿਆਂ ਦੇ ਦਰਸ਼ਨ ਕਰੇ ਜਾਂਦੇ, ਉਹਨਾਂ ਨੂੰ ਸਾਹਮਣੇ ਮੂਰਤੀ ਬਣਾ ਕੇ ਦੇਵਤੇ ਦੀ ਉਹਨੂੰ ਪੂਜਿਆ ਜਾਂਦਾ ਹੈ। ਗੁਰਮਤ ਵਿੱਚ ਇਸ ਤਰ੍ਹਾਂ ਨਹੀਂ ਹੈ। ਗ੍ਰੰਥ ਸਾਹਿਬ ਜੀ ਵੀ, ਗੁਰੂ ਗ੍ਰੰਥ ਸਾਹਿਬ ਜੀ ਵੀ ਸਾਡੇ ਇਸ ਤਰ੍ਹਾਂ ਦੇ ਨਹੀਂ ਹੈ ਵੀ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦਰਸ਼ਨ ਕਰ ਸਕਦੇ ਹਾਂ। ਸਰਵਣ ਦਰਸ਼ਨ ਹੈ ਬਾਣੀ ਹੈ ਜਿਹੜੀ, ਸਰਵਣ ਦਰਸ਼ਨ ਕੰਨਾਂ ਨਾਲ ਹੁੰਦਾ ਹੈ। ਇਹ ਰੂਪ ਸਾਧਨਾ ਨਹੀਂ ਹੈ। ਇਹ ਸਿਰਫ ਇਹਨੂੰ ਕਹਿੰਦੇ ਆਪਾਂ ਅਨਾਸੰਗ ਭਗਤੀ। ਜਿਹੜੀ ਗੁਣਾਂ ਨਾਲ ਭਗਤੀ ਹੁੰਦੀ ਹੈ ਉਹ ਅਨਾਸੰਗ ਹੁੰਦੀ ਹੈ। ਜਿਹੜੀ ਰੂਪ ਸਾਧਨਾ ਸਾਹਮਣੇ ਦੇਖ ਕੇ ਕਰੀ ਜਾਂਦੀ ਹੈ ਉਹ ਸਾਸੰਗ ਕਹਾਉਂਦੀ ਹੈ ਸੰਸਕ੍ਰਿਤ ਵਿੱਚ। ਤੋ ਸਾਡੇ ਵਾਸਤੇ ਹੁਕਮ ਇਹੀ ਹੈ ਵੀ ਨਾਮ ਪ੍ਰਾਪਤ ਕਰਨਾ। ਜਦੋਂ ਨਾਮ ਪ੍ਰਾਪਤ ਹੋ ਗਿਆ ਅੰਦਰ, ਤਾਂ ਦਰਸ਼ਨ ਆਪਣੇ ਆਪ ਹੋ ਜਾਣੇ ਆ। ਫਿਰ ਕੋਈ ਦੂਰ ਨਹੀਂ ਰਹਿ ਜਾਂਦੀ ਗੱਲ, ਕਿਉਂਕਿ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਹੀਂ ਪੜਿਆ। ਉਹਨਾਂ ਨੂੰ ਦਰਸ਼ਨ ਹੋਣੇ ਅਵਸ਼ ਹੈ। ਫਿਰ ਪਰ ਸ਼ੁਰੂਆਤ ਆਪਾਂ ਨੇ ਨਾਮ ਤੋਂ ਕਰਨੀ ਹੈ, ਸੁਣ ਕੇ ਭਗਤੀ ਕਰਨੀ ਹੈ। ਗੁਰਬਾਣੀ ਸਾਰੀ ਸੁਣਨ 'ਤੇ ਖੜੀ ਹੈ। ਰੂਪ ਸਾਧਨਾ ਨਹੀਂ ਹੈ ਗੁਰਬਾਣੀ, ਸਰਵਣ ਸਾਧਨਾ। ਇਹ ਵੀ ਨਿਊਐਂਸ ਹੈ, ਇਹ ਵੀ ਬਰੀਕੀ ਹੈ, ਸਟਲਟੀ ਹੈ। ਸਟਲਟੀ ਦੀ ਇੱਕ ਮਿਸਾਲ ਆਪ ਜੀ ਨਾਲ ਹੋਰ ਸਾਂਝੀ ਕਰਾਂ ਸਾਧ ਸੰਗਤ ਜੀਓ। ਮਹਾਰਾਜਾ ਰਣਜੀਤ ਸਿੰਘ ਜਦੋਂ ਸਿੱਖ ਰਾਜ ਨੂੰ ਇਕੱਠਾ ਕਰ ਰਿਹਾ ਸੀ, ਤਾਂ ਗੜ੍ਹਸ਼ੰਕਰ ਦਾ ਜਿਹੜਾ ਰਾਜਾ ਸੀਗਾ, ਚੀਫਟੇਨ ਕਹਿ ਦਿਓ ਚਾਹੇ ਉਹ ਫਿਊਡਲ ਲਾਰਡ ਕਹਿ ਦਿਓ, ਛੋਟੇ ਛੋਟੇ ਰਾਜੇ ਹੀ ਹੁੰਦੇ ਸੀ, 100-200 ਪਿੰਡਾਂ ਦੇ ਛੋਟੇ ਛੋਟੇ ਜਗੀਰਦਾਰ ਕਹਿ ਦਿਓ, ਉਹ ਸਿੱਖ ਸੀਗਾ। ਰਣਜੀਤ ਸਿੰਘ ਚਾਹੁੰਦਾ ਸੀ ਵੀ ਮੈਂ ਇਹਨੂੰ ਵੀ ਆਪਣੇ ਸਿੱਖ ਰਾਜ ਦੇ ਹੇਠ ਲਿਆ ਕੇ ਏਕਾ ਕਰਾਂ ਸਾਰੇ ਦਾ। ਪਹਿਲਾਂ ਭਾਈ ਦਰਬਾਰੀ ਜੀ ਇੱਕ ਚੰਗੇ ਗੁਰਸਿੱਖ ਸੀ, ਉਹਨਾਂ ਤੋਂ ਅਰਦਾਸ ਕਰਾਈ। ਫਿਰ ਭਾਈ ਜੋਧ ਸਿੰਘ ਜੀ ਫਗਵਾੜੇ ਵਾਲੇ ਆਤਮਦਰਸ਼ੀ ਪੁਰਸ਼ ਸੀਗੇ, ਉਹਨਾਂ ਕੋਲ ਅਰਦਾਸ ਕਰਾਈ ਬਈ ਭਾਈ ਜੀ ਇਹ ਅਰਦਾਸ ਕਰੋ ਵੀ ਉਹ ਵੀ ਸਿੱਖ ਹੈ, ਅਸੀਂ ਵੀ ਸਿੱਖ ਹੈ, ਵੀ ਨਾ ਬਹੁਤਾ ਜਾਨ ਮਾਲ ਦਾ ਨੁਕਸਾਨ ਹੋਵੇ, ਉਹ ਸਾਨੂੰ ਸਾਡੇ ਅੰਡਰ ਆ ਜਾਵੇ, ਅਸੀਂ ਏਕਾਗ੍ਰਿਤ ਕਰਨਾ ਸਿੱਖ ਰਾਜ ਨੂੰ। ਤਾਂ ਭਾਈ ਜੋਧ ਜੀ ਨੇ ਅਰਦਾਸ ਕਰ ਦਿੱਤੀ, ਭਾਈ ਦਰਬਾਰੀ ਜੀ ਨੇ ਵੀ ਕਰੀ ਸੀ ਪਹਿਲਾਂ। ਕਲਾ ਵਰਤੀ ਵਾਹਿਗੁਰੂ ਦੀ। ਜਦੋਂ ਰਣਜੀਤ ਸਿੰਘ ਦੀਆਂ ਫੌਜਾਂ ਗਈਆਂ ਗੜ੍ਹਸ਼ੰਕਰ, ਉਹ ਅੱਗੋਂ ਥਾਲ ਵਿੱਚ ਹੀਰੇ ਮੋਤੀ ਰੱਖ ਕੇ ਪੇਸ਼ ਹੋ ਗਿਆ। ਮਤਲਬ ਉਹਨੇ ਨਜ਼ਰਾਨਾ ਦੇ ਤੱਕ ਈਨ ਮੰਨ ਲਈ, ਖੂਨ ਖਰਾਬਾ ਨਹੀਂ ਹੋਇਆ, ਸ਼ਾਮਲ ਹੋ ਗਿਆ। ਤੋ ਰਣਜੀਤ ਸਿੰਘ ਦਾ ਰਾਜ ਗੜ੍ਹਸ਼ੰਕਰ ਪਰ ਵੀ ਸਥਾਪਿਤ ਹੋ ਗਿਆ। ਜਦੋਂ ਮੁੜਿਆ ਆਉਂਦਾ ਰਣਜੀਤ ਸਿੰਘ ਮਹਾਰਾਜਾ, ਤਾਂ ਇੱਕ ਥਾਲ ਭਰ ਕੇ ਮੋਹਰਾਂ ਦਾ, ਹੀਰੇ ਮੋਤੀਆਂ ਦਾ,
ਭਾਈ ਜੋਧ ਜੀ ਦੇ ਅੱਗੇ ਰੱਖ ਦਿੱਤਾ। ਭਾਈ ਜੋਧ ਜੀ ਕਹਿੰਦੇ ਕੱਲ ਮੰਗਤਾ ਸੈਂ, ਅੱਜ ਦਾਤਾ ਬਣ ਗਿਆ। ਦੇਖੋ ਬਾਤ, ਕੱਲ ਸਾਡੇ ਕੋਲੋਂ ਅਰਦਾਸਾਂ ਕਰਾਉਂਦਾ ਸੀਗਾ ਮੰਗਤਾ ਬਣ ਕੇ, ਅੱਜ ਤੂੰ ਦਾਤਾ ਬਣ ਕੇ ਆ ਗਿਆ। ਅੱਗੇ ਰਣਜੀਤ ਸਿੰਘ ਦੀ ਹਲੀਮੀ ਦੇਖੋ, ਉਹ ਕਹਿੰਦਾ ਨਹੀਂ ਨਹੀਂ ਭਾਈ ਸਾਹਿਬ ਜੀਓ, ਮੈਂ ਤਾਂ ਰੱਬ ਦੇ ਦਰ ਦਾ ਹਮੇਸ਼ਾ ਹੀ ਮੰਗਤਾ ਹੈ, ਬਈ ਇਹ ਗੁਰੂ ਦਾ ਖਜ਼ਾਨਾ ਹੈ, ਮੇਰਾ ਨਹੀਂ ਹੈ। ਗੁਰੂ ਦੇ ਖਜ਼ਾਨੇ 'ਚੋਂ ਆਪ ਜੀ ਨੂੰ ਕੁਛ ਦੇ ਰਿਹਾ, ਲੈ ਲਓ। ਤਾਂ ਭਾਈ ਜੋਧ ਜੀ ਨੇ ਜਦੇ ਲੈ ਲਿਆ। ਇਹ ਨਸ਼ਤੀ ਹੈ, ਇਹ ਹੈ ਜਿਹਨੂੰ ਬੁੱਝਣਾ ਕਹਿੰਦੇ ਆ। ਗੁਰਬਾਣੀ ਦਾ ਥੋਟ ਇਹ ਗੱਲ ਗੱਲ ਪਰ ਜਦੋਂ ਕੋਈ ਇਸ ਤਰ੍ਹਾਂ ਦੀ ਭਾਵਨਾ ਬਣਦੀ ਨਾ, ਭਾਵਨਾ ਦੇ ਨਾਲ ਜਦੇ ਗੁਰਬਾਣੀ ਦਾ ਥੋਟ ਅਲੱਗ ਹੋ ਜਾਂਦਾ। ਜੇ ਉਹ ਰਣਜੀਤ ਸਿੰਘ ਆਪਣਾ ਸਮਝ ਕੇ ਖਜ਼ਾਨਾ ਦੇ ਰਿਹਾ ਸੀ, ਬਿਲਕੁਲ ਇਨਕਾਰ ਕਰ ਦਿੱਤਾ। ਜਿਵੇਂ ਭਾਈ ਮੁਨਸ਼ਾ ਸਿੰਘ ਜੀ ਵੀ ਭਾਈ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਹਰਿਮੰਦਰ ਸਾਹਿਬ ਦੇ ਕੀਰਤਨੀਏ ਸੀਗੇ। ਬਹੁਤ ਗਰੀਬੀ ਸੀ ਉਹਨਾਂ ਦੇ, ਰੋਟੀ ਵੀ ਅੱਗ ਦੇ ਉੱਪਰ ਹੀ ਰੱਖ ਕੇ ਪਕਾਉਂਦੇ ਸੀ, ਗੋਹੇ ਦੀਆਂ ਪਾਥੀਆਂ, ਚੁੱਲ੍ਹਾ ਵੀ ਨਹੀਂ ਸੀ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਸੁਣਿਆ ਇਹ ਗੱਲ, ਬਈ ਕੀਰਤਨੀਆ ਹੈ ਬਹੁਤ ਰਸੀਲਾ, ਵੀ ਉਹਦੇ ਕੋਲ ਬਹੁਤ ਗਰੀਬੀ ਹੈ। ਉਹ ਆਪਣਾ ਕੁਛ ਪੈਸੇ ਧੇਲਾ ਲੈ ਕੇ ਹੀਰੇ ਮੋਤੀ ਚਲਾ ਗਿਆ। ਭਾਈ ਮੁਨਸ਼ਾ ਸਿੰਘ ਜੀ ਦੇ ਗ੍ਰਹਿ ਵੀ ਗਏ। ਉਹ ਕਹਿੰਦੇ ਜੀ ਲੈ ਲਓ ਕੁਛ। ਕਹਿੰਦੇ ਨਾ ਜੀ, ਜਿੱਦਣ ਗੁਰੂ ਰਾਮਦਾਸ ਜੀ ਦੇਣਗੇ ਆਪੇ ਮੈਂ ਲੈ ਲਾਂਗਾ, ਮੈਂ ਤੁਹਾਡੇ ਤੋਂ ਨਹੀਂ ਲੈਣਾ, ਮੈਂ ਉਹਨਾਂ ਦਾ ਮੰਗਤਾ। ਨਹੀਂ ਲਿਆ ਉਹਨਾਂ ਨੇ। ਤਾਂ ਇਹ ਸਮੇਂ ਦੀ ਬਾਤ ਹੁੰਦੀ ਹੈ, ਹਰ ਗੱਲ ਦੇ ਵਿੱਚ ਕੁਛ ਭਾਵਨਾ ਛੁਪੀ ਵੀ ਹੁੰਦੀ ਹੈ। ਦੇਖੋ ਗੁਰੂ ਸਾਹਿਬ ਨੇ ਰਿਸ਼ਤਾ ਲੈ ਲਿਆ ਚੰਦੂ ਦੀ ਲੜਕੀ ਦਾ, 6ਵੇਂ ਪਾਤਸ਼ਾਹ ਖਾਤਰ, 5ਵੇਂ ਪਾਤਸ਼ਾਹ ਨੇ। ਉਦੋਂ ਜਿਹੜੇ ਰਿਸ਼ਤੇ ਆ, ਉਹ ਜਿਹੜੇ ਵਿਚਾਲੇ ਵਾਲੇ ਵਿਚੋਲੇ ਹੁੰਦੇ ਸੀ, ਨਾਈ ਵਗੈਰਾ, ਰਾਜੇ ਵਗੈਰਾ, ਉਹੀ ਕਰਾ ਦਿਆ ਕਰਦੇ ਸੀ। ਲੇਕਿਨ ਉਹਨੂੰ ਹੰਕਾਰ ਸੀਗਾ, ਨਸ਼ਾ ਸੀਗਾ ਸਿਆਸਤ ਦਾ, ਰਾਜਪਣੇ ਦਾ, ਵੀ ਮੈਂ ਅਹਿਲਕਾਰ ਹੈ ਮੁਗਲਾਂ ਦਾ। ਚੰਦੂ ਨੂੰ ਉਹਨੇ ਇਹ ਕਹਿ ਦਿੱਤਾ ਕਿਤੇ, ਬਈ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਆ। ਗੁਰੂ ਸਾਹਿਬ ਕੋਲ ਗੱਲ ਆ ਗਈ ਦਿੱਲੀ ਦੇ ਸਿੱਖਾਂ ਦੁਆਰਾ, ਵੀ ਇਸ ਤਰ੍ਹਾਂ ਬੋਲਦਾ, ਹੰਕਾਰੀ ਬੋਲ। ਔਰ ਇਹ ਵੀ ਕਿਹਾ ਵੀ ਗੁਰੂ ਜੀ ਸਾਡੀ ਤੁਹਾਨੂੰ ਬੇਨਤੀ ਹੈ ਵੀ ਇਹਦਾ ਰਿਸ਼ਤਾ ਛੱਡ ਦਿਓ। ਦੇਖ ਲਓ ਸੰਗਤ ਦੀ ਮੰਨ ਕੇ ਗੁਰੂ ਸਾਹਿਬ ਨੇ ਉਹ ਰਿਸ਼ਤਾ ਵੀ ਛੱਡ ਦਿੱਤਾ ਉਹਨਾਂ ਦਾ, ਹੰਕਾਰੀ ਬੋਲਾਂ ਕਰਕੇ। ਬਹੁਤ ਬਰੀਕੀਆਂ ਸਿੱਖ ਧਰਮ ਨੂੰ ਸਮਝਣ ਖਾਤਰ ਜਾਂ ਡਿਵਾਇਨਟੀ ਨੂੰ ਸਮਝਣ ਖਾਤਰ। ਇਹ ਚੀਜ਼ਾਂ ਜਿਹੜੀ ਬਿਲਕੁਲ ਬੁੱਝਣ 'ਤੇ ਖੜੀਆਂ ਸਭ ਚੀਜ਼ਾਂ। ਬਿਨ ਬੁੱਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਜੇ ਨਹੀਂ ਬੁੱਝਦੇ ਹਾਂ ਤਾਂ ਜਨਮ ਪਦਾਰਥ ਸਾਡਾ ਵਿਅਰਥ ਹੈ, ਜੇ ਬੁੱਝਦੇ ਹਾਂ ਤਾਂ ਕਰਮ ਧਰਮ ਵੀ ਪਵਿੱਤਰ ਹੈ, ਨਹੀਂ ਵਿਅਰਥ ਹੈ, ਪਾਖੰਡ ਹੈ। ਜੇ ਬੁੱਝ ਲਿਆ, ਸੰਧਿਆ ਤਰਪਣ ਕਰੈ ਗਾਇਤਰੀ, ਬਿਨ ਬੁੱਝੇ ਦੁੱਖ ਪਾਇਆ। ਸੰਧਿਆ ਸ਼ਾਮ ਨੂੰ ਜਿਹੜੀ ਅਰਦਾਸ ਰਹਿਰਾਸ ਵਗੈਰਾ ਕਰਦੇ ਸਾਡੇ ਦੂਜੇ ਭਰਾ ਹਿੰਦੂ ਲੋਕ, ਤਰਪਣ ਹੁੰਦਾ ਹੈ ਸਿਰ ਦੇ ਉੱਪਰ ਨੂੰ ਘੁਮਾ ਘੁਮਾ ਕੇ ਪਾਣੀ ਸਿੱਟਣਾ, ਜਾਂ ਸੂਰਜ ਨੂੰ ਪਾਣੀ ਸਿੱਟਣਾ, ਉਹਨੂੰ ਤਰਪਣ ਕਹਿੰਦੇ ਆ। ਗਾਇਤਰੀ ਪੜ੍ਹਦੇ ਆ, ਪਰ ਜੇ ਨਹੀਂ ਬੁੱਝਦੇ ਵੀ ਇਹਦਾ ਮਤਲਬ ਕਿਆ ਹੈ ਤਾਂ ਦੁੱਖ ਪਾਉਂਦੇ। ਸੰਧਿਆ ਤਰਪਣ ਕਰੈ ਗਾਇਤਰੀ, ਬਿਨ ਬੁੱਝੇ ਦੁੱਖ ਪਾਇਆ। ਗੱਲ ਬੁੱਝਣ 'ਤੇ ਖੜੀ ਹੈ ਸਾਰੀ। ਵਿਦਵਾਨ ਔਰ ਭਗਤ ਦੇ ਵਿੱਚ ਬੁੱਝਣੇ ਦਾ ਹੀ ਫਰਕ ਹੈ। ਵਿਦਵਾਨ ਅੱਖਰੀ ਅਰਥ ਕਰੂਗਾ, ਪੜ੍ਹਿਆ ਲਿਖਿਆ। ਜਿਹੜਾ ਭਗਤ ਹੈ ਉਹ ਅੰਦਰੂਨੀ ਗੱਲ ਕਰੂਗਾ, ਜਿਹੜਾ ਬਿਹਾਈਂਡ ਦੀ ਲਾਈਨ ਹੁੰਦੀ ਹੈ ਗੱਲ, ਜਿਹਨੂੰ ਬੁੱਝਣਾ ਕਹਿੰਦੇ ਆ। ਸੋ ਇਹ ਚੀਜ਼ ਗੁਰਬਾਣੀ ਦੇ ਵਿੱਚ ਬਹੁਤ ਵਿਦਤ ਹੈ, ਇਹਨੂੰ ਪਕੜਨਾ ਚਾਹੀਦਾ। ਬਜਾਏ ਅਸੀਂ ਬਹਿਸ ਕਰੀਏ, ਅੱਖਰੀ ਅਰਥ ਵਾਲਾ ਵੀ ਆਪਣੇ ਆਪ 'ਚ ਠੀਕ ਹੁੰਦਾ, ਵੀ ਮੈਂ ਗੁਰਬਾਣੀ ਇੱਦਾਂ ਕਹਿੰਦੀ ਹੈ, ਪਰ ਭਗਤ ਉਸ ਤੋਂ ਵੀ ਜ਼ਿਆਦਾ ਠੀਕ ਹੁੰਦਾ, ਉਹਨੂੰ ਅੰਦਰਲੀ ਗੱਲ ਦਾ ਪਤਾ ਹੁੰਦਾ ਵੀ ਇਹਨਾਂ ਅੱਖਰਾਂ ਦੇ ਵਿੱਚ ਬਾਤ ਕਿਆ ਕਹੀ ਗਈ ਹੈ। ਤੋ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਾਧ ਸੰਗਤ ਜੀ, ਉਹ ਹੋਏ ਦੇਖੋ, ਹਾਹੇ ਨੂੰ ਹੋੜਾ, ਈੜੀ ਨੂੰ ਸਿਆਰੀ। ਇਹ ਦੂਜੇ ਰੂਪ 'ਚ ਵੀ ਆਉਂਦਾ ਗੁਰਬਾਣੀ 'ਚ, ਹਾਹੇ ਨੂੰ ਹੋੜਾ, ਈੜੀ ਨੂੰ ਲਾਮ। ਦੋਹਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ, ਕਾਲ ਦਾ। ਜੇ ਹੁੰਦਾ ਸ਼ਬਦ ਈੜੀ ਨੂੰ ਲਾਮ ਹੋਏ, ਤਾਂ ਇਹਦਾ ਇਹ ਅਰਥ ਬਣਨਾ ਸੀ ਵੀ ਸੇਵਾ ਕਰਦੇ ਹੋਏ ਨਿਹਕਾਮੀ ਹੋ ਗਏ। ਪਰ ਇੱਥੇ ਸਿਆਰੀ ਹੈ, ਇਹਦਾ ਮਤਲਬ ਹੈ ਹੋਏ ਕਰਕੇ। ਸੇਵਾ ਕਰਦਿਆਂ ਕਰਦਿਆਂ ਮਤਲਬ ਇਹ ਹੈ ਫੇਰ ਨਿਹਕਾਮੀ ਹੋਣਾ। ਇੱਕ ਵਿੱਚ ਪਹਿਲਾਂ ਹੀ ਨਿਹਕਾਮੀ ਹੋ ਚੁੱਕੇ ਹੈ, ਇੱਕ ਵਿੱਚ ਨਿਹਕਾਮੀ ਹੋਣਾ ਹੈ ਸੇਵਾ ਕਰਦਿਆਂ ਕਰਦਿਆਂ। ਇਹ ਇੱਕ ਸਿਆਰੀ ਨੇ ਐਡਾ ਬੜਾ ਇਹਦਾ ਭਾਵ ਰੱਖਿਆ ਹੋਇਆ, ਔਰ ਕਾਲ ਦਾ ਅੰਤਰ ਹੈ।
ਸੇਵਾ ਕਰਦਿਆਂ ਕਰਦਿਆਂ ਨਿਕਾਮੀ ਹੋਣਾ। ਦੂਜੇ ਪਾਸੇ ਜੇ ਲਾਮ ਹੁੰਦੀ ਤਾਂ ਉਹਦਾ ਭਾਵ ਬਣਦਾ ਹੁੰਦਾ ਵੀ ਉਹ ਨਿਕਾਮੀ ਹੋ ਚੁੱਕਿਆ ਹੈ। ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹਨੂੰ ਇਹ ਸੁਆਮੀ ਪ੍ਰਾਪਤ ਹੁੰਦਾ ਜਿਹੜਾ ਸੇਵਾ ਕਰਦਿਆਂ ਕਰਦਿਆਂ ਨਿਕਾਮ ਹੋ ਜਾਏ, ਨਿਸ਼ਕਾਮ ਹੋ ਜਾਏ। ਆਪਣੀ ਕਿਰਪਾ ਜਿਸ ਆਪ ਕਰੇ, ਜਿਹਨੂੰ ਆਪਣੀ ਕਿਰਪਾ ਆਪ ਕਰਦਾ ਹੈ। ਨਾਨਕ ਸੋ ਸੇਵਕ ਗੁਰ ਕੀ ਮੱਤ ਲੈ। ਗੁਰੂ ਦੀ ਮੱਤ ਕਿਹਨੇ ਲੈਣੀ ਹੈ? ਜਿਹਦੇ ਉਹਨੇ ਕਿਰਪਾ ਕਰਨੀ ਹੈ। ਜੇ ਕੋਈ ਬੰਦਾ ਕਹੇ ਵੀ ਮੈਂ ਆਪਣੇ ਵੱਲੋਂ ਗੁਰੂ ਦੀ ਮੱਤ ਲੈ ਲੂੰਗਾ, ਨੋ, ਨਹੀਂ ਲੈ ਸਕਦਾ, ਕਿਉਂਕਿ ਹਉਮੈ ਅੰਦਰ ਬੈਠੀ, ਉਹਨੇ ਲੈਣੇ ਨਹੀਂ ਦੇਣੀ। ਗੁਰੂ ਨੇ ਪਹਿਲਾਂ ਸੱਟ ਹੀ ਹਉਮੈ 'ਤੇ ਮਾਰਨੀ ਹੈ। ਜਦੋਂ ਸੱਟ ਵੱਜ ਗਈ, ਮੈਂ ਟੁੱਟ ਗਈ, ਕੜ ਟੁੱਟ ਗਿਆ ਹਉਮੈ ਦਾ, ਫਿਰ ਗੁਰੂ ਦੀ ਜਿਹੜੀ ਮੱਤ ਹੈ ਉਹ ਅੰਦਰ ਆ ਜਾਣੀ ਹੈ, ਅਦਰਵਾਈਜ਼ ਆ ਨਹੀਂ ਸਕਦੀ ਬਿਲਕੁਲ ਵੀ। ਔਰ ਸਾਧ ਸੰਗਤ ਜੀ, ਉਹ ਜਿਹੜਾ ਗੁਰਮਤ ਹੈ ਜਿਹੜੀ, ਇਹਦੇ ਵਿੱਚ ਜਿਹੜਾ ਏਕਾ ਹੈ, ਜਿਹਦੀ ਗੱਲ ਬਾਰ ਬਾਰ ਆਪਾਂ ਪਾਉਨੇ ਸੰਗਤ ਦੇ ਨਾਲ ਸਾਂਝੀ ਕਰਦੇ ਹਾਂ, ਇਹ ਬਾਹਰ ਵੀ ਹੈ ਇਹ ਗੱਲ। ਗੁਰੂ ਸਾਹਿਬ ਤੋਂ ਪਹਿਲਾਂ ਵੀ 10ਵੀਂ ਸਦੀ ਵਿੱਚ ਵੀ ਇਹ ਬਾਤਾਂ ਲਿਖੀਆਂ ਹੋਈਆਂ ਸੂਫੀ ਸੰਤਾਂ ਨੇ, ਪਰ ਵਿਵਿਡਲੀ, ਪ੍ਰਤੱਖ ਤੌਰ 'ਤੇ ਮੱਖਣ ਦੀ ਤਰ੍ਹਾਂ ਕੱਢ ਕੇ ਰੱਖਿਆ ਹੋਇਆ ਗੁਰਬਾਣੀ ਦੇ ਵਿੱਚ। ਡਿਫਿਊਜ਼ਡ ਹੋਰ ਪਾਸੇ ਵੀ ਹੈ, ਜਿਵੇਂ ਦੁੱਧ ਹੁੰਦਾ ਹੈ, ਦੁੱਧ 'ਚ ਮੱਖਣ ਹੁੰਦਾ ਹੈ, ਪਰ ਇੱਥੇ ਤਾਂ ਮੱਖਣ ਦੁੱਧ 'ਚੋਂ ਰਿੜ ਕੇ ਕੱਢਿਆ ਪਿਆ ਸਾਰੇ ਏਕਾ, ਏਕੇ ਦਾ, ਵਨਨੈਸ ਦਾ। ਹੋ ਏਕ खुदा तो इबादत भी है मुमकिन, हो एक खुदा तो इबादत भी है मुमकिन। इस दौर में हर बंदा नाचीज़ खुदा है, तौहीद दी बात। इस दौर दे विच हर एक नाचीज़ बंदा ही खुदा बनया होया। किहदी किहदी इबादत करिए भाई? ये भी उही बात है जिहड़ी गुरबाणी च, एक दी भगती, वननेस, मोनिज्म, नॉट ड्यूअलिटी। बहुत विदत है ये गल गुरबाणी दे विच। ਜਿਹਨੂੰ ਇਸ ਗੱਲ ਦੀ ਸਮਝ ਆ ਗਈ, ਸਭ ਤੋਂ ਅੱਖਰ ਪਹਿਲਾ ਏਕਾ ਲੱਗਿਆ ਹੋਇਆ ਗੁਰਬਾਣੀ ਦੇ ਵਿੱਚ। ਦੇਖ ਲਓ, ਜਪਜੀ ਸਾਹਿਬ ਦੇ ਸਭ ਤੋਂ ਪਹਿਲਾ ਅੱਖਰ ਏਕਾ ਹੈ, ਇੱਕ ਓਂਕਾਰ 'ਚ। ਜਿਹਨੂੰ ਏਕੇ ਦੀ ਸਮਝ ਆ ਗਈ, ਉਹਨੂੰ ਸਾਰੀ ਬਾਣੀ ਸਮਝ ਆ ਗਈ। ਜਿਹਨੂੰ ਏਕੇ ਦੀ ਸਮਝ ਨਹੀਂ ਆਈ, ਉਹਨੂੰ ਗੁਰਬਾਣੀ ਦਾ ਕੁਛ ਨਹੀਂ ਪਤਾ, ਭਾਵੇਂ ਸਾਰੀ ਗੁਰਬਾਣੀ ਵੀ ਕੰਠ ਕਰੀ ਫਿਰਦਾ ਹੋਵੇ। ਇਹ ਨਿਊਐਂਸ, ਇਹੀ ਸਟਲਟੀ ਹੈ, ਇਹੀ ਨਾਇਸਟੀ ਹੈ ਗੁਰਬਾਣੀ ਦੀ। ਜਿਵੇਂ ਇੱਕ ਵਾਰੀ ਦਸ਼ਮੇਸ਼ ਜੀ ਨੇ ਸਿੱਖਾਂ ਨੂੰ ਕਿਹਾ ਵੀ ਸਿੱਖੋ, ਜਿੰਨਾ ਚਿਰ 'ਚ ਅਸੀਂ ਆਪਣਾ ਪੈਰ ਚਰਨ ਰਕਾਬ 'ਚ ਰੱਖਾਂਗੇ, ਕੁਛ ਪਲ ਜਾਂ 1 ਸਕਿੰਟ ਵਾਸਤੇ, ਉਨੇ ਟਾਈਮ ਦੇ ਵਿੱਚ ਸਾਨੂੰ ਕੋਈ ਗੁਰੂ ਗ੍ਰੰਥ ਸਾਹਿਬ ਜੀ ਸੁਣਾਓ। ਸਾਰਾ ਪੈ ਗਈ ਸੋਚ ਸਿੱਖਾਂ ਨੂੰ ਵੀ ਹੈ ਐਡੇ ਬੜੇ ਗ੍ਰੰਥ ਸਾਹਿਬ 1 ਸਕਿੰਟ ਵਿੱਚ ਕਿਵੇਂ ਸੁਣਾਈਏ। ਇੱਕ ਸਿੱਖ ਨਿਤਰਿਆ, ਕਹਿੰਦਾ ਗੁਰੂ ਸਾਹਿਬ ਜੀ ਦਿਓ ਥਾਪੜਾ, ਰੱਖੋ ਸਿਰ ਦੇ ਉੱਤੇ ਹੱਥ, ਮੈਂ ਸੁਣਾਉਂਦਾ। ਬਾਕੀ ਸਿੱਖ ਹੈਰਾਨ ਹੈ ਵੀ ਇਹ ਮੂਰਖ ਹੈ, ਕਿੱਕਣ ਸੁਣਾ ਦੂਗਾ, ਜਿਹਨੂੰ ਬੁੱਝਣਾ ਕਹਿੰਦੇ ਗੱਲ। ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਯਾ ਚਰਨ ਰਕਾਬ 'ਚ ਪਾਇਆ, ਉਹ ਕਹਿੰਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰੂ ਜੀ ਨੇ ਹੇਠਾਂ ਉਤਰ ਕੇ ਕਲਾਵੇ 'ਚ ਲਿਆ। ਇਹੀ ਤਾਂ ਗ੍ਰੰਥ ਸਾਹਿਬ ਹੈ, ਹੋਰ ਕਿਆ ਚੀਜ਼ ਹੈ ਬਈ? ਸਾਰਾ ਭਾਵ ਹੈ ਜਿਹੜਾ ਉਹ ਇਸੇ ਵਿੱਚ ਆ ਜਾਂਦਾ। ਇਹ ਹੈ ਏਕਾ, ਵਨਨੈਸ। 1430 ਅੰਗ ਆਕਾਰ ਹੈ, ਗੱਲ ਇੱਕੋ ਹੀ ਹੈ, ਏਕੇ ਦੀ ਗੱਲ ਹੈ ਸਾਰੀ। ਉਹ ਸਮਝਾਈ ਹੋਈ ਹੈ ਤਰ੍ਹਾਂ ਤਰ੍ਹਾਂ 'ਤੇ, ਅਲੱਗ-ਅਲੱਗ ਲੈਂਗੁਏਜ ਦੁਆਰਾ, ਕਿਸੇ ਵੀ ਤਰੀਕੇ ਨਾਲ ਵੀ ਬੰਦੇ ਦੇ ਅੰਦਰ ਇਹ ਗੱਲ ਬੈਠ ਜਾਵੇ। ਬਹਿੰਦੀ ਫੇਰ ਵੀ ਨਹੀਂ ਹੈ। 90-95% ਖਾਲਸਾ ਮੜੀਆਂ ਮਸਾਣੀਆਂ 'ਤੇ ਫਿਰਦਾ, ਜੋਤਸ਼ੀਆਂ ਦੇ ਨਗ ਪਾਉਂਦਾ ਫਿਰਦਾ। ਏਕਾ ਕਿੱਥੇ ਗਿਆ? ਪਾਠ ਵੀ ਰੋਜ਼ ਕਰਦਾ ਕਰਾਉਂਦਾ, ਨਿਤਨੇਮ ਵੀ ਕਰਦਾ ਹੋਊ, ਔਰ ਅਖੰਡ ਪਾਠ ਵੀ ਕਰਵਾਉਂਦਾ ਹੋਊ, ਹਵਨ ਵੀ ਕਰਾਉਂਦੇ ਆਪਣੇ ਘਰਾਂ 'ਚ ਸਿੱਖ। ਦਾਸਰੇ ਨੂੰ ਪਤਾ ਇਸ ਗੱਲ ਦਾ। ਸਿੱਖਾਂ ਦੇ ਨੇਤਾ ਵੀ ਕਰਾਉਂਦੇ। ਇੱਕ ਵਾਰ ਫੋਟੋ ਦੇਖੀ ਸੀ ਦਾਸਰੇ ਨੇ, ਪ੍ਰਕਾਸ਼ ਸਿੰਘ ਬਾਦਲ ਸਿੱਖ ਕੌਮ ਦਾ ਸਿਰਮੌਰ ਨੇਤਾ ਸੀ ਉਦੋਂ ਤਾਂ, ਹੁਣ ਤਾਂ ਚਲੋ ਕੁਛ ਸਮਝ ਆ ਗਈ ਲੋਕਾਂ ਨੂੰ। ਉਹਦੇ ਘਰ ਵਿੱਚ ਹਵਨ ਹੁੰਦਾ, ਉਹ ਫੋਟੋ 'ਚ ਦਿਖਾਇਆ ਗਿਆ। ਤੁਸੀਂ ਆਪ ਸੋਚੋ ਵੀ ਕਿੱਥੇ ਖੜੀ ਹੈ ਗੱਲ। ਤੋ ਇਹ ਏਕੇ ਦਾ ਏਕਾ ਜਿਹੜਾ ਹੈ ਨਾ, ਇਹ ਬਹੁਤ ਮੁਸ਼ਕਲ ਹੈ। ਜੇ ਗੁਰੂ ਮੱਤ ਦਵੇ ਸਾਨੂੰ, ਤਾਂ ਹੀ ਸਾਡੇ ਅੰਦਰੋਂ ਹਉਮੈ ਤੋੜੇ, ਤਾਂ ਏਕੇ 'ਤੇ ਮਨ ਖੜ ਸਕਦਾ, ਨਹੀਂ ਬਿਲਕੁਲ ਨਹੀਂ ਖੜ ਸਕਦਾ। ਨਾਨਕ ਸੋ ਸੇਵਕ ਗੁਰ ਕੀ ਮੱਤ ਲੈ। ਉਹੀ ਸੇਵਕ ਨੇ ਮੱਤ ਲੈਣੀ ਹੈ ਜਿਹਦੇ ਪਰ ਉਹ ਕਿਰਪਾ ਕਰ ਦੇਵੇ। 20 ਵਿਸਵੇ ਗੁਰ ਕਾ ਮਨ ਮਾਨੈ,
ਪੂਰੀ ਤਰ੍ਹਾਂ 20 ਵਿਸਵੇ ਹੁੰਨੇ ਇੱਕ ਬਿੱਗੇ 'ਚ, ਪੂਰੇ ਦੇ ਪੂਰਾ। ਜੇ ਪੂਰੇ ਦਾ ਪੂਰਾ ਮਨ ਗੁਰੂ ਦਾ ਮੰਨ ਜਾਏ ਕਿਸੇ ਸੇਵਕ ਉੱਪਰ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਫਿਰ ਉਹ ਪਰਮੇਸ਼ਰ ਦੀ ਗਤ ਨੂੰ ਜਾਣ ਲੈਂਦਾ ਹੈ। ਸੋ ਸਤਿਗੁਰੂ ਜਿਸ ਹਿਰਦੈ ਹਰਿ ਨਾਉ। ਸਤਿਗੁਰੂ ਕੌਣ ਹੁੰਦਾ? ਜਿਹਦੇ ਹਿਰਦੇ ਵਿੱਚ ਹਰੀ ਦਾ ਨਾਮ ਹੋਵੇ। ਅਨੇਕ ਵਾਰ ਗੁਰ ਕੋ ਬਲ ਜਾਉ। ਬਾਰ ਬਾਰ ਉਹਨੂੰ ਆਦੇਸ਼ ਕਰੀਏ, ਉਹਨੂੰ ਨਮਸਕਾਰ ਕਰੀਏ, ਬਲ ਜਾਈਏ ਗੁਰੂ ਤੋਂ, ਜਿਹਦੇ ਹਿਰਦੇ ਦੇ ਵਿੱਚ ਨਾਮ ਚੱਲਦਾ ਹੋਵੇ। ਸਰਬ ਨਿਧਾਨ ਜੀ ਕਾ ਦਾਤਾ। ਉਹ ਸਤਿਗੁਰੂ ਸਾਰੇ ਹੀ ਖਜ਼ਾਨੇ ਉਹਦੇ ਕੋਲ ਹੁੰਦੇ, ਔਰ ਸਾਡੀ ਆਤਮਾ ਦਾ ਜਿਹੜਾ ਦਾਨ ਹੈ, ਨਾਮ ਦਾ ਦਾਨ, ਉਹਦੇ ਕੋਲ ਹੁੰਦਾ, ਉਹ ਬਖਸ਼ਦਾ। ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਅੱਠੇ ਪਹਿਰ 24 ਘੰਟੇ ਹਰ ਸਵਾਸ ਹਰ ਗਿਰਾਸ ਪਰਮਾਤਮਾ ਦੇ ਰੰਗ 'ਚ ਰੰਗਿਆ ਰਹਿੰਦਾ ਹੈ ਸਤਿਗੁਰੂ। ਬ੍ਰਹਮ ਹੈ ਜਨ, ਜਨ ਹੈ ਪਾਰ ਬ੍ਰਹਮ। ਉਸ ਬ੍ਰਹਮ ਦੇ ਵਿੱਚ ਇਹ ਜਨ ਹੁੰਦਾ, ਜਨ ਵਿੱਚ ਹੀ ਪਾਰ ਬ੍ਰਹਮ ਹੁੰਦਾ। ਜੀ ਮੈਂ ਪੀ ਕੇ ਪੀ ਮੈਂ ਜੀ। ਜੀ ਵਿੱਚ ਹਿਰਦੇ ਵਿੱਚ ਪੀਆ ਪੀ ਹੈ, ਆਪਣਾ ਪ੍ਰਤੀ ਹੈ ਜਾਂ ਪਿਆਰਾ ਹੈ, ਕਿ ਪਿਆਰੇ ਦੇ ਵਿੱਚ ਜੀ ਹੈ, ਗੱਲ ਇੱਕੋ ਹੀ ਹੈ। ਪਾਰ ਬ੍ਰਹਮ ਜਨ ਵਿੱਚ ਹੈ, ਜਨ ਪਾਰ ਬ੍ਰਹਮ 'ਚ ਹੈ। ਇੱਕ ਹੈ ਆਪ ਨਹੀਂ ਕਛ ਭਰਮ। ਇੱਕੋ ਹੀ ਇੱਕ ਬਣ ਜਾਂਦੇ ਦੋਨੋਂ, ਭਰਮ ਕੋਈ ਨਹੀਂ ਰਹਿ ਜਾਂਦਾ। ਫਿਰ ਗੁਰੂ ਅੰਗਦ ਦੇਵ ਜੀ ਲੈਣੇ ਤੋਂ ਅੰਗਦ ਬਣੇ। ਅੰਗਦ ਹੁੰਦਾ ਆਪਣਾ ਅੰਗ ਬਣਾਉਣਾ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਆਪਣਾ ਅੰਗ ਬਣਾ ਲਿਆ। ਕਿਵੇਂ ਬਣਾਇਆ? 7 ਸਾਲ ਕਰੜੀ ਤਪੱਸਿਆ ਕਰੀ। ਸਿੱਖੀ ਦਾ ਸਿਧਾਂਤ ਸਮਝਾਇਆ ਉਹਨਾਂ ਨੂੰ। ਜਵਾਲਾ ਜੀ ਜਾਂਦੇ ਹੁੰਦੇ ਸੀ ਪਹਿਲਾਂ, ਦੇਵੀਆਂ ਦੇ ਪੁਜਾਰੀ ਸੀ ਬਾਬਾ ਲਹਿਣਾ ਜੀ। ਲੇਕਿਨ ਜਦੋਂ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਹੋਈ, ਪਿਛਲਾ ਸੰਸਕਾਰ ਕੋਈ ਫੁੱਟਿਆ ਮੱਥੇ ਦਾ, ਬਸ ਫਿਰ ਇੱਕ ਦੇ ਹੀ ਹੋ ਕੇ ਰਹਿ ਗਏ, ਫਿਰ ਨਹੀਂ ਕਿਧਰੇ ਹੋਰ ਗਿਆ ਮਨ। ਔਰ ਜਦੋਂ ਇੱਕ ਦੇ ਹੋ ਕੇ ਰਹਿ ਗਏ ਤਾਂ ਗੁਰੂ ਨਾਨਕ ਖੁਦ ਪਾਤਸ਼ਾਹ ਸ੍ਰਿਸ਼ਟੀ ਦੇ ਚਰਨਾਂ ਦੇ ਵਿੱਚ ਝੁੱਕ ਕੇ ਮੱਥਾ ਟੇਕਣਾ ਪਿਆ। ਇਹ ਹੈ ਵਡਿਆਈ ਜਨ ਦੀ। ਨਾਰੀਅਲ ਰੱਖ ਕੇ 5 ਪੈਸੇ ਮੱਥਾ ਟੇਕ ਦਿੱਤਾ ਵੀ ਅੱਜ ਤੋਂ ਬਾਅਦ ਤੁਸੀਂ ਹੈ ਭਾਈ। ਜਦੋਂ ਪਾਰ ਬ੍ਰਹਮ ਜਨ ਵਿੱਚ ਪ੍ਰਗਟ ਹੁੰਦਾ ਹੈ, ਜਨ ਪਾਰ ਬ੍ਰਹਮ ਵਰਗਾ ਹੀ ਬਣ ਜਾਂਦਾ, ਫਿਰ ਉਸੇ ਦਾ ਰੂਪ ਹੋ ਜਾਂਦਾ। ਫਿਰ ਤਾਂ ਕੋਈ ਮੰਡਲੀ ਆਈ ਜੋਗੀਆਂ ਦੀ, ਸਿੱਧ ਸਾਧਕਾਂ ਦੀ, ਕੋਈ ਆ ਕੇ ਪੁੱਛਣ ਲੱਗੀ ਬਈ ਗੁਰੂ ਜੀਓ, ਤੁਹਾਡੇ 'ਚ ਇਹੋ ਜਿਹਾ ਕਿਹੜਾ ਗੁਣ ਹੈ ਜਿਹੜਾ ਗੁਰੂ ਨਾਨਕ ਸ੍ਰਿਸ਼ਟੀ ਦਾ ਪਾਤਸ਼ਾਹ ਮਾਲਕ ਤੁਹਾਡੇ ਚਰਨਾਂ 'ਚ ਝੁਕਿਆ? ਕਿ ਕਿਹੜਾ ਗੁਣ ਕਰਕੇ ਝੁਕਿਆ? ਹੁਣ ਜੇ ਤਾਂ ਹੁੰਦਾ ਕੋਈ ਆਪਣੇ ਵਰਗਾ ਬੰਦਾ, ਉਹਨੇ ਤਾਂ ਫਿਰ ਪਤਾ ਕਿਆ ਕਹਿਣਾ ਸੀ, ਹਾਂ ਮੇਰੇ ਵਿੱਚ ਤਾਂ ਗੁਣ ਹੈਓ ਹੈ, ਤਾਂ ਹੀ ਹੈ। ਨੋ ਨੋ ਨੋ, ਹਾਈ ਚੀਜ਼ ਤਾਂ ਉਹਨਾਂ ਦੀ ਕੱਢੀ ਸੀ ਗੁਰੂ ਨਾਨਕ ਪਾਤਸ਼ਾਹ ਨੇ, ਵੀ ਮੈਂ ਨਹੀਂ ਸਭ ਤੂੰ। ਉਹ ਕਹਿੰਦੇ ਭਾਈ ਏਕਣ ਨਹੀਂ ਕਹੀਦਾ ਹੁੰਦਾ। ਦੇਖੋ, ਜੇ ਇੱਕ ਲਿਬੜੇ ਹੋਏ ਬੱਚੇ ਨੂੰ ਹੇਠਾਂ ਰੁਲਦੇ ਨੂੰ ਮਿੱਟੀ ਘੱਟੇ 'ਚ, ਉਹਦਾ ਬਾਪ ਉਹਨੂੰ ਚੱਕ ਕੇ ਪਲੰਘ 'ਤੇ ਬਿਠਾ ਦੇਵੇ ਤਾਂ ਵਡਿਆਈ ਬਾਪ ਦੀ ਹੈ ਕਿ ਬੱਚੇ ਦੀ ਹੈ? ਉਹ ਨਿਰੁੱਤਰ ਹੋ ਗਈ ਸਾਰੀ ਮੰਡਲੀ। ਇਹ ਹੈ ਗੁਰਮਤਿ। ਸੋ ਸਤਿਗੁਰੂ ਜਿਸ ਹਿਰਦੈ ਹਰਿ ਨਾਉ, ਅਨੇਕ ਵਾਰ ਗੁਰ ਕੋ ਬਲ ਜਾਉ। ਸਰਬ ਨਿਧਾਨ ਜੀ ਕਾ ਦਾਤਾ, ਅੱਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਏਕੈ ਆਪ ਨਹੀਂ ਕਛ ਭਰਮ। ਸਹਿਸ ਸਿਆਣਪ ਲਿਆ ਨਾ ਜਾਈਐ, ਕਿਸੇ ਸਿਆਣਪਾਂ ਹੋਵੇਂ ਹਜ਼ਾਰਾਂ ਹੀ ਲੱਖਾਂ ਹੀ, ਉਹ ਪ੍ਰਾਪਤ ਨਹੀਂ ਹੁੰਦਾ ਭਾਈ। ਜਪਜੀ ਸਾਹਿਬ ਦੇ ਪਹਿਲਾਂ ਹੀ ਆਰੰਭ ਦੇ ਵਿੱਚ ਹੀ ਇਸ ਗੱਲ ਦਾ ਖੰਡਨ ਹੈ। ਸਹਿ ਸਿਆਣਪਾਂ ਲੱਖ ਹੋਵੇਂ ਤਾਂ ਇੱਕ ਨਾ ਚੱਲੇ ਨਾਲ। ਕਿਸੇ ਸਿਆਣਪ ਨੇ, ਜਿਹਨੂੰ ਅੱਜ ਕੱਲ੍ਹ ਵਿਵੇਕ ਸਮਝਿਆ ਜਾਂਦਾ ਹੈ ਸਿਆਣਪ ਨੂੰ, ਇਹ ਸਿਆਣਪ ਨੇ ਨਾਲ ਨਹੀਂ ਜਾਣਾ ਭਾਈ। ਇਹ ਵਿਵੇਕ ਹੈ ਹੀ ਨਹੀਂ ਅਸਲ 'ਚ। ਇਹ ਤਾਂ ਸ਼ਰਾਰਤੀ ਗਿਆਨ ਹੁੰਦਾ ਜਿਹੜਾ ਵਿਵੇਕ ਕਹਿੰਦੇ ਅੱਜ ਕੱਲ੍ਹ ਦਾ। ਇੱਕ ਦੂਜੇ ਨੂੰ ਠਿੱਬੀ ਲਾਉਣੀ ਅੰਦਰੋਂ ਅੰਦਰ ਹੀ, ਉੱਪਰੋਂ ਕੁਛ ਹੋਰ, ਅੰਦਰ ਉੱਤੇ ਕੁਛ ਹੋਰ। ਸਿਆਸੀ ਲੋਕ ਇਹੀ ਕੁਛ ਕਰਦੇ ਆ ਅੱਜ ਕੱਲ੍ਹ। ਤਾਂ ਇਹ ਚਤਰਾਈਆਂ ਦੇ ਨਾਲ ਪਰਮਾਤਮਾ ਪ੍ਰਾਪਤ ਨਹੀਂ ਹੁੰਦਾ। ਨਾਨਕ ਐਸਾ ਗੁਰ ਵਡਭਾਗੀ ਪਾਈਏ। ਵੱਡੇ ਭਾਗ ਹੋਵੇ, ਮੱਥੇ ਦਾ ਲੇਖ ਵੀ ਹੋਵੇ ਧੁਰ ਤੋਂ ਲਿਖਿਆ ਹੋਇਆ, ਤਾਂ ਗੁਰੂ ਦਾ ਮਿਲਾਪ ਹੁੰਦਾ ਹੈ। ਸਫਲ ਦਰਸ਼ਨ ਪੇਖਤ ਪੁਨੀਤ। ਫਿਰ ਅਜਿਹੇ ਪੁਰਸ਼ ਨੂੰ ਦੇਖ ਕੇ, ਉਹਦੇ ਦਰਸ਼ਨ ਕਰਕੇ ਸਫਲਤਾ ਮਿਲ ਜਾਂਦੀ ਹੈ। ਦੇਖਦੀ ਸਾਰੇ ਨਿਹਾਲ ਹੋ ਜਾਂਦਾ ਬੰਦਾ। ਪਰਸਤ ਚਰਨ ਗਤ ਨਿਰਮਲ ਰੀਤ। ਉਹਦੇ ਚਰਨਾਂ ਨੂੰ ਪਰਸ ਕੇ ਨਿਰਮਲ ਰੀਤ ਹੋ ਜਾਂਦੀ ਹੈ, ਗਤੀ ਬਣ ਜਾਂਦੀ ਹੈ। ਕੌਡਾ
ਔਰ ਸੱਜਣ, ਬਲੀ ਕੰਧਾਰੀ, ਭੂਮੀਆਂ, ਇਹ ਸਭ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਦੀ ਸਾਰੇ ਢਹਿ ਪਏ ਹੇਠ। ਇਹ ਹੁੰਦੀ ਹੈ ਜਿਹੜੀ ਚੁੰਬਕੀ ਖਿੱਚ ਹੁੰਦੀ ਹੈ ਸਤਪੁਰਸ਼ਾਂ 'ਚ। ਭਾਵੇਂ ਗੁਰਬਾਣੀ 'ਚ ਇਹ ਵੀ ਜ਼ਿਕਰ ਆਉਂਦਾ ਹੈ ਵੀ ਇਕੱਲੇ ਦਰਸ਼ਨ ਕਰਨ ਨਾਲ ਕੁਛ ਨਹੀਂ ਬਣਦਾ, ਉਹਦੀ ਵਿਚਾਰ ਜਿੰਨਾ ਚਿਰ ਨਹੀਂ ਕਰੀ ਜਾਂਦੀ, ਉਹ ਆਪਣੀ ਜਗ੍ਹਾ ਠੀਕ ਹੈ ਗੱਲ। ਪਰ ਜਿਹੜਾ ਕਾਮਲ ਪੁਰਸ਼ ਹੁੰਦਾ ਉਹਦੇ ਦਰਸ਼ਨਾਂ ਵਿੱਚ ਵੀ ਚੁੰਬਕੀ ਸ਼ਕਤੀ ਹੁੰਦੀ ਹੈ, ਇੱਕਦਮ ਬੰਦਾ ਢਹਿ ਪੈਂਦਾ, ਉਹਦੀ ਹਉਮੈ ਟੁੱਟ ਜਾਂਦੀ ਹੈ ਐਸੇ ਮਹਾਂਪੁਰਸ਼ ਤੋਂ। ਇਹਨੂੰ ਕਹਿੰਦੇ ਆ ਅਮੋਘ ਦਰਸ਼ਨ। ਅਮੋਘ ਇੱਕ ਤੀਰ ਹੁੰਦਾ ਜਿਹੜਾ ਵਿਅਰਥ ਨਹੀਂ ਜਾਂਦਾ, ਨਿਸ਼ਾਨੇ ਪਰ ਲੱਗਦਾ ਹੀ ਲੱਗਦਾ। ਇੱਕ ਨੇ ਜਿਹੜੇ ਦਰਸ਼ਨ ਹੈ ਸੰਤ ਦੇ, ਗੁਰੂ ਦੇ, ਉਹ ਅਮੋਘ ਹੁੰਦੇ ਭਾਈ। ਭੇਟਤ ਸੰਗ ਰਾਮ ਗੁਣ ਰਵੇ, ਜਦੋਂ ਉਹਦੇ ਨਾਲ ਭੇਟਾ ਹੋ ਜਾਂਦੀ ਹੈ ਫਿਰ ਹੰਕਾਰ ਤਾਂ ਉਹਦਾ ਦੇਖਦੀ ਸਾਰੇ ਟੁੱਟ ਪੈਂਦਾ, ਹਉਮੈ ਟੁੱਟਦੀ ਹੈ ਹੌਲੀ ਹੌਲੀ। ਜਦ ਭੇਟਾ ਹੁੰਦੀ ਹੈ ਉਹਦੇ ਅੰਦਰੋਂ ਫਿਰ ਜਿਹੜੀ ਬਰੀਕ ਹਉਮੈ ਉਹ ਵੀ ਟੁੱਟ ਜਾਂਦੀ ਹੈ। ਪਾਰ ਬ੍ਰਹਮ ਕੀ ਦਰਗਾਹ ਗਵੇ, ਉਹ ਫਿਰ ਪਾਰ ਬ੍ਰਹਮ ਦੀ ਦਰਗਾਹ ਦੇ ਵਿੱਚ ਗਮਨ ਕਰਦੇ ਹੈ, ਯਾਨੀ ਪਹੁੰਚ ਹੋ ਜਾਂਦੀ ਹੈ ਉਹਨਾਂ ਦੀ ਉੱਥੇ, ਫਿਰ ਨਹੀਂ ਤਾਂ ਨਹੀਂ ਪਹੁੰਚ ਹੁੰਦੀ। ਸੁਣ ਕਰ ਬਚਨ ਕਰਨ ਆਗਾਨੇ, ਬਚਨ ਸੁਣ ਕੇ ਸੰਤ ਦੇ, ਸਤਿਗੁਰੂ ਦੇ ਜਿਹੜੇ ਕੰਨ ਹੈ ਉਹ ਰੱਜ ਜਾਂਦੇ। ਨਹੀਂ ਤਾਂ ਨਿੰਦਿਆ ਸੁਣ ਸੁਣ ਕੇ ਸਾਰੀ ਉਮਰ ਵੀ ਕੰਨ ਨਹੀਂ ਰੱਜਦੇ। ਜ਼ਬਾਨ ਨਿੰਦਿਆ ਕਰ ਕਰਕੇ ਨਹੀਂ ਰੱਜਦੀ, ਪਰ ਸੰਤੋਖ ਆ ਜਾਂਦਾ ਸਾਧੂ ਦੇ ਬਚਨ ਸੁਣ ਕੇ। ਮਨ ਸੰਤੋਖ ਆਤਮ ਪਤਿਆਨੇ, ਮਨ ਵਿੱਚ ਸੰਤੋਖ ਪੈਦਾ ਹੋ ਜਾਂਦਾ, ਆਤਮਾ ਰੱਜ ਜਾਂਦੀ ਹੈ, ਆਤਮਾ ਨੂੰ ਗਿਆਨ ਪ੍ਰਤੀਤ ਆ ਜਾਂਦੀ ਹੈ ਵੀ ਹਾਂ ਬਿਲਕੁਲ ਇਹੀ ਠੀਕ ਹੈ। ਪੂਰਾ ਗੁਰ ਅਖਿਓ ਜਾਂ ਕਾ ਮੰਤਰ, ਪੂਰੇ ਗੁਰੂ ਦਾ ਜਿਹੜਾ ਮੰਤਰ ਹੁੰਦਾ, ਉਪਦੇਸ਼ ਹੁੰਦਾ, ਉਹ ਅਖਿਓ ਨਾਸ਼ ਰਹਿਤ ਹੁੰਦਾ, ਉਹ ਹਮੇਸ਼ਾ ਰਹਿਣ ਵਾਲਾ ਹੁੰਦਾ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਉਸ ਪੂਰੇ ਗੁਰੂ ਦੇ ਮੰਤਰ ਦੇ ਨਾਲ, ਉਹਦੀ ਦ੍ਰਿਸ਼ਟੀ ਦੇ ਨਾਲ ਹੀ ਅੰਮ੍ਰਿਤ ਵਰਸਦਾ ਹੁੰਦਾ ਉਹਦੇ ਵਿੱਚੋਂ, ਸੰਤ ਬਣ ਜਾਂਦਾ ਬੰਦਾ, ਗੁਰਸਿੱਖ ਬਣ ਜਾਂਦਾ ਸਿੱਖ ਤੋਂ। ਭਾਈ ਅਦਨੀ ਜੀ ਬਣੇ ਨਹੀਂ, ਚੋਰੀ ਤੋਂ ਹਟੇ ਨਹੀਂ। ਐਸੇ ਤਰੀਕੇ ਨਾਲ ਸੰਤ ਦਾ ਜਿਹੜੀ ਦ੍ਰਿਸ਼ਟੀ ਹੈ ਉਹਦੇ ਵਿੱਚੋਂ ਅੰਮ੍ਰਿਤ ਵਰਸ ਰਿਹਾ ਹੁੰਦਾ। ਗੁਣ ਬੇਅੰਤ ਕੀਮਤ ਨਹੀਂ ਪਾਏ, ਇੰਨੇ ਗੁਣ ਹੈ ਉਹਦੇ ਬੇਅੰਤ ਵੀ ਕੋਈ ਕੀਮਤ ਨਹੀਂ ਪਾ ਸਕਦਾ। ਆਚਾਰੀ ਨਹੀਂ ਜੀਤਿਆ ਜਾਏ, ਪਾਠ ਪੜ੍ਹੇ ਨਹੀਂ ਕੀਮਤ ਪਾਏ। ਕੋਈ ਚੱਜ ਆਚਾਰਾਂ ਨਾਲ ਜਿੱਤਣਾ ਚਾਹੇ ਉਹਨੂੰ ਨਹੀਂ ਜਿੱਤਿਆ ਜਾ ਸਕਦਾ। ਕੋਈ ਪਾਠ ਪੜ੍ਹ ਕੇ ਸਮਝਦਾ ਹੋਵੇ ਵੀ ਮੈਂ ਉਹਨੂੰ ਪਾ ਲਾਂਗਾ, ਬਿਲਕੁਲ ਨਹੀਂ ਹੋ ਸਕਦਾ। ਭੇਖ ਵਿੱਚ ਪਿਆ ਹੋਇਆ ਬੰਦਾ ਜੀ ਸਮਝਦਾ ਇਸ ਤਰ੍ਹਾਂ, ਪਾਠ ਕਰਨਾ ਹੈ ਪਰ ਪਾਠ ਦੇ ਪਿੱਛੇ ਜਿਹੜੀ ਗੱਲ ਹੈ ਉਹ ਵੀ ਕਰਨੀ ਹੈ, ਨਾਲ ਦੀ ਨਾਲ ਸੁਣਨਾ ਹੈ, ਉਹਨੂੰ ਵਿਚਾਰਨਾ ਹੈ, ਫਿਰ ਏਕੇ ਪਰ ਆਉਣਾ ਹੈ। ਇਹੀ ਪਾਠ ਦਾ ਗੁਣ ਹੈ। ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹਨੂੰ ਉਹ ਚਾਹੁੰਦਾ ਹੈ ਉਹਨੂੰ ਆਪਣੇ ਨਾਲ ਮਿਲਾ ਲੈਂਦਾ। ਜਿਸ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ। ਜਿਹਨੂੰ ਪਰਮਾਤਮਾ ਜਾਂ ਗੁਰੂ ਖੁਸ਼ ਹੁੰਦਾ ਹੈ ਉਹਨੂੰ ਆਪਣੇ ਨਾਲ ਜੋੜਦਾ, ਉਹਨੂੰ ਸੰਗਤ ਦਾ ਮਿਲਾਪ ਕਰਾ ਦਿੰਦਾ ਹੈ। ਉਸ ਦੇ ਮਿਲਾਪ ਤੋਂ ਬਿਨਾਂ ਸਾਡੀ ਗਤੀ ਨਹੀਂ ਹੋ ਸਕਦੀ। ਸਾਧ ਸੰਗਤ ਜੀਓ, ਕਾਫੀ ਲੰਮੇਰੀ ਹੋ ਗਈ ਵਿਚਾਰ, ਦਈਏ ਵਿਰਾਮ ਵਿਚਾਰ ਨੂੰ। ਆਪਣੀ ਤੁੱਛ ਬੁੱਧੀ ਅਨੁਸਾਰ ਕੀਤੀ ਹੋਈ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰੀ ਹੈ। ਕਿੰਨੀ ਠੀਕ ਹੈ ਕਿੰਨੀ ਗਲਤ ਹੈ ਗੁਰੂ ਜਾਣੇ, ਉਹਦੇ ਪਿੱਛੇ ਚੱਲ ਚੱਲ ਕੇ ਵਿਚਾਰਾਂ ਕਰੀ ਦੀਆਂ, ਪਰ ਫਿਰ ਵੀ ਆਪਣੇ ਬਾਰੇ 'ਚ ਕੁਛ ਨਹੀਂ ਪਤਾ ਹੁੰਦਾ ਵੀ ਸਹੀ ਵੀ ਹੈ ਕਿੰਨੀ ਕੁ ਸਹੀ ਹੈ। ਉਹ ਆਪੇ ਸਹੀ ਕਰਾ ਲਵੇ, ਜੇ ਕਿਤੇ ਘਾਟ ਵਾਧ ਵੀ ਹੁੰਦੀ ਹੈ ਸੰਗਤ ਵੀ ਬਖਸ਼ ਦਿੰਦੀ ਹੈ। ਕੋਈ ਵੀ ਅਪਸ਼ਬਦ, ਕੋਈ ਗਲਤ ਬਿਆਨੀ ਸੰਗਤ ਮਾफ़ ਕਰ ਦਿੰਦੀ ਹੈ, ਬਖਸ਼ਣ ਯੋਗ ਹੁੰਦੀ ਹੈ, ਬਖਸ਼ਣਹਾਰ ਹੁੰਦੀ ਹੈ। ਤੋ ਬਖਸ਼ ਦਿਓ, ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।